ਇਹ ਜੋ ਗਰੁੱਪ ਅੰਦਰ ਵੀਡੀਓ ਰਿਕਾਰਡਿੰਗ ਰਾਹੀਂ ਸਾਰਿਆਂ ਨੂੰ ਛੋਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਿਖਾ ਰਹੇ ਹਨ, ਦਰਸ਼ਨ ਕਰਵਾ ਰਹੇ ਹਨ ਤੇ ਨਾਲ ਇਹ ਵੀ ਕਹਿ ਰਹੇ ਹਨ ਵੀ ਇਹ ਬਹੁਤ ਪੁਰਾਣੀ ਹੈ, ਪੜ੍ਹਨ ਵਿੱਚ ਨਹੀਂ ਆਉਂਦੀ ਤੇ ਪੜ੍ਹਨ ਵਾਸਤੇ ਇਹਨਾਂ ਨੇ ਹੋਰ ਦੂਸਰੀ ਬੀੜ ਰੱਖੀ ਹੋਈ ਹੈ। ਇਹਦੀ ਸਿਰਫ ਸੇਵਾ ਤੇ ਦੇਖਭਾਲ ਸੰਭਾਲ ਕਰ ਰਹੇ ਹਨ ਇਹ ਸੱਜਣ, ਤੇ ਇਹਦੀ ਸਿਰਫ ਸੇਵਾ ਦੇਖਭਾਲ ਤੇ ਸੰਭਾਲ ਨਾਲ ਇਹਨਾਂ ਨੂੰ ਉਪਲਬਧੀ ਕੀ ਹੋਵੇਗੀ। ਤੇ ਨਾਲ ਇਹ ਵੀ ਕਹਿ ਰਹੇ ਹਨ ਵੀ ਸਾਡੇ ਪਰਿਵਾਰ ਕੋਲ ਦੇਖੋ ਕੈਸੀ ਭੀੜ ਹੈ, ਇਹਦੇ ਨਾਲ ਹੰਕਾਰ ਦੀ ਤ੍ਰਿਪਤੀ ਵੀ ਹੁੰਦੀ ਹੈ। ਦੂਰੋਂ ਦਰਾਡਿਓਂ ਲੋਕ ਆਉਣਗੇ, ਦਰਸ਼ਨ ਕਰਨਗੇ। ਤੇ ਐਸੀਆਂ ਭੀੜਾਂ ਹੋਰ ਵੀ ਹਨ। ਮੈਂ ਵੀ ਬਹੁਤ ਸਮੇਂ ਪਹਿਲਾਂ ਬਹੁਤ ਛੋਟੀ ਆਕਾਰ ਦੀ ਇੱਕ ਭੀੜ ਦੇਖੀ ਸੀ। ਉਹ ਵੀ ਇੱਦਾਂ ਸਾਹਮਣੇ ਅੱਖਾਂ ਨਾਲ ਨਹੀਂ ਸੀ ਪੜ੍ਹ ਹੁੰਦੀ, ਖੁਰਦਬੀਨ ਦੇ ਨਾਲ ਪੜ੍ਹੀ ਜਾ ਸਕਦੀ ਸੀ। ਤੇ ਉਹਨਾਂ ਨੇ ਉੱਪਰ ਸੀਸਾ ਲਾਇਆ ਹੋਇਆ ਤੇ ਸੀਸੇ ਦੇ ਵਿੱਚ ਰੱਖੀ ਹੋਈ ਸੀ। ਤੇ ਕਈਆਂ ਨੇ ਬਹੁਤ ਪੁਰਾਣੀਆਂ ਬੀੜਾਂ ਰੱਖੀਆਂ ਹੋਈਆਂ ਹਨ। ਤੋ ਕਹਿੰਦੇ ਹਨ ਦੇਖੋ ਸਾਡੇ ਕੋਲ ਕਿੰਨੀ ਪੁਰਾਣੀ ਬੀੜ, ਸਾਡੇ ਪਰਿਵਾਰ ਕੋਲ। ਕਈਆਂ ਨੇ ਹਸਤ ਲਿਖਤ ਬੀੜਾਂ ਰੱਖੀਆਂ ਹੋਈਆਂ ਹਨ, ਬਹੁਤ ਪੁਰਾਣੀ। ਉਹਨਾਂ ਦੀ ਦੇਖਭਾਲ ਤੇ ਸੰਭਾਲ ਕਰ ਰਹੇ ਹਨ। ਤੇ ਸਿਰਫ ਦੇਖਭਾਲ ਤੇ ਸੰਭਾਲ ਕਰਨਾ ਕੋਈ ਉਪਲਬਧੀ ਥੋੜ੍ਹੀ ਹੋ ਰਹੀ ਹੈ। ਉਹਨਾਂ ਦੀ ਚਿੱਤ ਬਿਰਤੀ ਦੇਖੋ ਤੇ ਵੈਸੇ ਹੀ ਹੈ, ਆਮ ਸੰਸਾਰੀ ਵਾਂਗੂ। ਉਹੀ ਵਾਸ਼ਨਾ, ਉਹੀ ਕਾਮਨਾ, ਉਹੀ ਤ੍ਰਿਸ਼ਨਾ, ਉਹੀ ਚਾਹਤ, ਉਹ ਸੰਸਾਰਿਕ ਉਲਝਣਾਂ ਦੇ ਵਿੱਚ ਫਸੇ ਹੋਏ। ਸਿੱਖਾਂ ਨੂੰ ਗੁਰੂ ਨੇ ਜੋੜਿਆ ਸੀ ਉਪਦੇਸ਼ ਦੇ ਨਾਲ, ਤੇ ਉਪਦੇਸ਼ ਦੁਆਰਾ ਨਿਰਾਕਾਰ ਦੇ ਨਾਲ ਜੁੜਨਾ ਸੀ। ਪਰ ਸਾਰੇ ਹੀ ਸਿੱਖ ਜ਼ਿਆਦਾਤਰ 99% ਮੈਂ ਕਹਿ ਸਕਦਾ ਆਕਾਰ ਦੇ ਨਾਲ ਹੀ ਜੁੜ ਰਹੇ ਹਨ। ਆਕਾਰ ਹੀ ਹੈ ਨਾ ਇਹ ਬਾਹਰੀ। ਤੇ ਆਕਾਰ ਦੇ ਨਾਲ ਜੁੜ ਕੇ, ਆਕਾਰ ਦੀ ਪੂਜਾ ਕਰਕੇ, ਆਕਾਰ ਦੀ ਸੇਵਾ ਕਰਕੇ ਉਪਲਬਧੀ ਥੋੜ੍ਹੀ ਹੁੰਦੀ ਹੈ। ਇਹੋ ਤੇ ਸਮਝਾਇਆ ਸੀ ਵੀ ਹਿੰਦੂ ਮੂਰਤੀ ਦੀ ਪੂਜਾ ਕਰ ਰਹੇ ਹਨ, ਆਕਾਰ ਦੀ। ਤੁਸੀਂ ਵੈਸੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਦੇਖਭਾਲ ਕਰ ਰਹੇ ਹੋ। ਏਸੀ ਲਾਏ ਹੋਏ ਹਨ ਗਰਮੀਆਂ ਦੇ ਵਿੱਚ, ਸਰਦੀਆਂ 'ਚ ਕੰਬਲ ਦਿੰਦੇ ਹੋ, ਵੈਸੇ ਹੀ ਸਮਝਦੇ ਹੋ ਜੈਸਾ ਸਰੀਰ ਹੈ। ਕਹਿੰਦੇ ਵੀ ਹਨ ਪ੍ਰਗਟ ਗੁਰਾਂ ਕੀ ਦੇਹ, ਸਰੀਰ ਹੀ ਸਮਝ ਰਹੇ ਹਨ ਤੇ ਆਕਾਰ ਦੇ ਨਾਲ ਹੀ ਜੁੜ ਗਏ ਨਾ। ਉਪਦੇਸ਼ ਜੋੜਦਾ ਸੀ ਨਿਰਾਕਾਰ ਦੇ ਨਾਲ, ਪਰ ਨਿਰਾਕਾਰ ਦੇ ਨਾਲ ਜੁੜਨਾ ਕਠਿਨ ਹੈ। ਉਹ ਤੇ ਕੋਈ ਕਰੋੜਾਂ ਚੋਂ ਇੱਕ ਹੀ ਜੁੜੇਗਾ, ਬਾਕੀ ਸਾਰੇ ਆਕਾਰ ਦੇ ਨਾਲ ਹੀ ਜੁੜ ਰਹੇ ਹਨ। ਤੇ ਕਈਆਂ ਨੇ ਗੁਰੂਆਂ ਦੀਆਂ
ਜੋ ਚੀਜ਼ਾਂ ਸਨ, ਵਸਤਰ ਜਾਂ ਸ਼ਸਤਰ ਜਾਂ ਜੋੜੇ, ਜੋ ਵਰਤਦੇ ਸਨ ਜਾਂ ਵਰਤੇ ਹੋਣਗੇ, ਜਾਂ ਉਹਨਾਂ ਵਾਸਤੇ ਕਿਸੇ ਨੇ ਸਵਾ ਕੇ ਦਿੱਤੇ ਕੱਪੜੇ, ਉਹ ਸੰਭਾਲ ਕੇ ਰੱਖੇ ਹੋਏ ਹਨ। ਉਹ ਦਿਖਾਉਂਦੇ ਹਨ ਲੋਕਾਂ ਨੂੰ, ਦਰਸ਼ਨ ਕਰੋ। ਜਿਵੇਂ ਦਮਦਮਾ ਸਾਹਿਬ ਵਿਖੇ ਭਾਈ ਡੱਲੇ ਦੇ ਪਰਿਵਾਰ ਦੇ ਵਿੱਚੋਂ ਮੈਂਬਰ ਹਨ, ਉਹਨਾਂ ਨੇ ਵਸਤਰ ਸੰਭਾਲ ਕੇ ਰੱਖੇ, ਜੋੜਾ ਹੈ, ਹੋਰ ਕੁਝ ਸਮਾਨ ਹੈ, ਤੋ ਦਿਖਾਉਂਦੇ ਹਨ ਲੋਕਾਂ ਨੂੰ, ਆਓ ਦੇਖੋ, ਦਰਸ਼ਨ ਕਰੋ ਸਾਡੇ ਘਰ ਗੁਰੂਆਂ ਦਾ ਜੋ ਸਮਾਨ ਪਿਆ ਹੋਇਆ, ਨਿਸ਼ਾਨੀ। ਉਹਦੇ ਨਾਲ ਕੀ ਉਪਲਬਧੀ ਹੋਊਗੀ? ਫਿਰ ਕਿੰਨਾ ਕੁ ਚਿਰ ਸੰਭਾਲ ਕੇ ਰੱਖੋਗੇ? ਕੱਪੜਾ ਗਰ ਰਿਹਾ ਹੈ, ਸਾੜੀ ਜਾਵੇਗਾ, ਹਰ ਚੀਜ਼ ਮਿਟ ਰਹੀ ਹੈ ਇੱਥੇ। ਬੇਦੀਆਂ ਨੇ ਗੁਰੂ ਨਾਨਕ ਦੇਵ ਜੀ ਦਾ ਚੋਗਾ ਰੱਖਿਆ ਹੋਇਆ ਸੰਭਾਲ ਕੇ, ਤੋ ਬਿਲਕੁਲ ਹੀ ਗਰ ਗਿਆ ਹੈ। ਅਸੀਂ ਦੇਖਿਆ ਇੱਕ ਛੋਟੇ ਜਿਹੇ ਸ਼ੀਸ਼ੇ ਦੇ ਵਿੱਚ ਜੜ ਕੇ ਉਹਨਾਂ ਨੇ ਰੱਖਿਆ ਹੋਇਆ, ਬਿਲਕੁਲ ਗਰਿਆ ਹੋਇਆ। ਤੁਸੀਂ ਹੱਥ ਲਾਓਗੇ ਤੋ ਗਰਿਆ ਹੋਇਆ। ਕਿੰਨਾ ਕਿਸੇ ਸੰਭਾਲ ਕੇ ਰੱਖੋਗੇ ਤਾਂ ਉਹਦੇ ਦਰਸ਼ਨ ਨਾਲ ਕੀ ਲਾਭ ਹੋਵੇਗਾ? ਖਿਆਲ ਕਰੋ। ਆਕਾਰ ਨੂੰ ਤੇ ਗੁਰੂ ਸਾਹਿਬ ਜੀ ਮਿਥਿਆ ਕਹਿ ਰਹੇ ਹਨ, ਝੂਠ ਕਹਿ ਰਹੇ ਹਨ, ਤੇ ਸਿੱਖ ਆਕਾਰ ਦੇ ਨਾਲ ਹੀ ਜੁੜ ਰਹੇ ਹਨ। ਇਹ ਆਕਾਰ ਹੀ ਹੈ ਨਾ, ਬਾਹਰੀ। ਕੋਈ ਸਥਾਨਾਂ ਦੇ ਨਾਲ ਜੁੜ ਰਿਹਾ ਹੈ, ਕੋਈ ਇਹਨਾਂ ਵਸਤੂਆਂ ਦੇ ਨਾਲ ਜੁੜ ਰਿਹਾ ਹੈ, ਕੋਈ ਇੱਦਾਂ ਪੁਰਾਣੀਆਂ ਬੀੜਾਂ, ਕੋਈ ਛੋਟੀ ਬੀੜ, ਕੋਈ ਵੱਡੀ ਬੀੜ, ਕੋਈ ਕਹਿੰਦਾ ਹਸਤ ਲਿਖਤ ਬੀੜ ਹੈ ਮੇਰੇ ਕੋਲ, ਦੇਖੋ। ਤੇ ਇਹਦੇ ਨਾਲ ਉਪਲਬਧੀ ਥੋੜ੍ਹੀ ਹੋ ਰਹੀ ਹੈ, ਹੋ ਥੋੜ੍ਹੀ ਸਕਦੀ। ਸੰਭਾਲੀ ਜਾਓ, ਪੁਸਤਾਂ ਦਰ ਪੁਸਤਾਂ, ਕਿੰਨਾ ਚਿਰ ਸੰਭਾਲੋਗੇ? ਆਖਰਕਾਰ ਸਭ ਕੁਝ ਸਮਾਪਤ ਹੋ ਜਾਂਦਾ ਹੈ। ਇਸੇ ਕਾਰਨ ਹੀ ਤਾਂ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਹਨ ਵੀ ਪੁਰਾਣੀਆਂ ਬੀੜਾਂ ਦੇ ਜਿਓ, ਨਵੀਂ ਲੈ ਜਾਓ। ਭਾਵ ਕਿ ਉਹ ਕਾਗਜ਼ ਖਰਾਬ ਹੋ ਜਾਂਦਾ ਹੈ, ਕਾਗਜ਼ ਦੀ ਸੀਮਾ ਹੈ, ਕਾਗਜ਼ ਸਦਾ ਤੇ ਰਹਿ ਨਹੀਂ ਸਕਦਾ, ਗਰ ਜਾਂਦਾ ਹੈ। ਤੇ ਗਰੇਗਾ ਹੀ, ਆਖਰ ਸਮਾਪਤ ਹੋਵੇਗਾ। ਤੇ ਇਸ ਮੋਹ ਕਰਕੇ ਹਾਨੀ ਵੀ ਹੋਵੇਗੀ। ਜਿਵੇਂ ਸੱਜਣ ਕਹਿ ਰਹੇ ਹਨ ਵੀ ਮੇਰੇ ਪਰਿਵਾਰ ਕੋ, ਸਾਡੇ ਘਰ ਇਹ ਬੀੜ ਹੈ ਬਹੁਤ ਪੁਰਾਣੀ, ਅਗਰ ਇਹ ਦੇਖਭਾਲ ਸੰਭਾਲ ਕਰਦੇ ਰਹੇ ਤੇ ਮਰਦੇ ਸਮੇਂ ਹੋ ਸਕਦਾ ਇਹਨਾਂ ਦਾ ਖਿਆਲ ਬਣਿਆ ਰਹੇ ਵੀ ਮੇਰੇ ਤੋਂ ਬਾਅਦ ਕੋਈ ਸੰਭਾਲ ਕਰਨ ਵਾਲਾ ਹੈ, ਹੋਵੇ ਨਾ ਹੋਵੇ, ਨਿਆਣੇ ਕਰਨ ਨਾ ਕਰਨ, ਕੋਈ ਕਰੇ ਨਾ ਕਰੇ, ਚਿੰਤਾ ਬਣੀ ਰਹੇ, ਤੇ ਮਰਨ ਤੋਂ ਬਾਅਦ ਫਿਰ ਇੱਥੇ ਹੀ ਆ ਜਾਣਗੇ, ਕਿਉਂਕਿ ਆਕਾਰ ਨਾਲ ਜੁੜੇ ਹੋਏ ਹਨ ਨਾ। ਤੇ ਗੁਰੂਆਂ ਨੇ ਆਕਾਰ ਨਾਲ ਨਹੀਂ ਸੀ ਜੋੜਿਆ। ਹਾਂ, ਇਹ ਠੀਕ ਹੈ ਵੀ ਉਪਦੇਸ਼ ਨੂੰ ਲਿਖਣ ਵਾਸਤੇ, ਬਾਣੀ ਨੂੰ ਲਿਖਣ ਵਾਸਤੇ ਕਾਗਜ਼ ਦੀ ਲੋੜ ਹੈ, ਪਰ ਕਾਗਜ਼ ਵਾਸਤਵਿਕ ਥੋੜ੍ਹੀ ਹੈ। ਕਾਗਜ਼ ਤੇ ਲਿਖਣੀ ਪੈਂਦੀ ਹੈ, ਪਰ ਕਾਗਜ਼ ਹੀ ਥੋੜ੍ਹੀ ਹੈ। ਤੁਸੀਂ ਕਾਗਜ਼ ਦੀ ਪੂਜਾ ਕਰੀ ਜਾਓ, ਆਕਾਰ ਦੀ ਹੀ ਪੂਜਾ ਕਰੀ ਜਾਂਦੇ ਹਨ ਸਿੱਖ। ਹੁਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੈਂ ਸੁਣਿਆ ਹੈ ਸੋਨੇ ਦੀ ਬਣਾਈ ਹੈ, ਕਿਸੇ ਨੇ ਸੋਨੇ ਦੇ ਪੱਤਰੇ ਉਹਦੇ ਤੇ ਲਿਖੀ, ਤੇ ਇਹਦੇ ਨਾਲ ਕੀ ਉਪਲਬਧੀ ਹੋ ਜੂ? ਧਾਰਮਿਕ ਸਥਾਨਾਂ ਨੂੰ ਸੋਨਾ ਚੜਾਈ ਜਾਂਦੇ, ਤੇ ਸੋਨੇ ਦੀ ਵੀ ਬੀੜ ਬਣਾ ਲਵੋਗੇ।
ਲਿਖ ਲਵੋ, ਗਿਆਨ ਥੋੜ੍ਹੀ ਹੋ ਜਾਣਾ। ਕਈ ਲਿਖਦੇ ਹਨ ਹੱਥ ਦੇ ਨਾਲ। ਇੱਕ ਮਾਈ ਪਿੱਛੇ ਜਿਹੇ ਮੈਂ ਸੁਣਿਆ ਹੈ, ਕਿਸੇ ਨੇ ਭੇਜੀ ਸੀ ਰਿਕਾਰਡਿੰਗ ਵੀ ਉਹ ਹੱਥ ਦੇ ਨਾਲ ਬੀੜਾਂ ਲਿਖੀਆਂ ਹੈ ਉਹਨੇ, ਤੇ ਉਹਦਾ ਬੜਾ ਸਤਿਕਾਰ ਕਰ ਰਹੇ ਹਨ ਸਿੱਖ। ਵੀ ਦੇਖੋ ਹੱਥ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬੀੜ ਲਿਖੀ, ਤਾਂ ਉਹਦੇ ਨਾਲ ਕੀ ਉਪਲਬਧੀ ਗਿਆਨ ਹੋ ਜਾਊਗਾ ਸਿਰਫ ਲਿਖਣ ਨਾਲ। ਤੁਸੀਂ ਥੋੜ੍ਹਾ ਸੋਚੋ, ਖਿਆਲ ਕਰੋ। ਤੁਸੀਂ ਸਮਝਦਾਰ ਹਨ ਕਈ ਸਰੋਤੇ, ਇਸ ਢੰਗ ਦੇ ਨਾਲ ਗਿਆਨ ਥੋੜ੍ਹੀ ਹੋ ਜਾਂਦਾ। ਹਿੰਦੂ ਗੀਤਾ ਲਿਖਦੇ ਹਨ, ਕਈ ਰਾਮ ਰਾਮ ਹੀ ਲਿਖੀ ਜਾਂਦੇ ਹਨ ਕਾਗਜ਼ ਦੇ ਉੱਤੇ। ਕਾਗਜ਼ ਦੇ ਉੱਤੇ ਰਾਮ ਰਾਮ ਲਿਖਿਆ ਥੋੜ੍ਹੀ ਉਪਲਬਧੀ ਹੋ ਜਾਂਦੀ। ਮਾਲਾ ਫੇਰੋ ਜਾਂ ਕਾਗਜ਼ 'ਤੇ ਲਿਖੋ। ਕਈ ਰਾਮ ਰਾਮ ਲਿਖੀ ਜਾਂਦੇ ਹਨ, ਕੋਈ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦਾ ਹੈ, ਕੋਈ ਕੁਛ ਲਿਖੀ ਜਾਂਦਾ ਹੈ, ਕੋਈ ਪੜ੍ਹੀ ਜਾਂਦਾ ਹੈ। ਤੇ ਸਤਿਕਾਰ ਕਰਦੇ ਹਨ ਲੋਕ ਇਹੋ ਜਿਹੇ ਲੋਕਾਂ ਦਾ। ਕਈ ਕਹਿੰਦੇ ਹਨ ਇੱਕ ਮਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੂਰਾ ਦਾ ਪੂਰਾ ਇੱਕ ਚੌਂਕੜੇ 'ਚ ਕਰਦੀ ਹੈ, ਉਹਦਾ ਬੜਾ ਸਤਿਕਾਰ ਹੋ ਰਿਹਾ। ਕਰਦੇ ਹਨ ਲੋਕ, ਤੇ ਉਹ ਤੇ ਹੰਕਾਰ ਦੀ ਹੀ ਤ੍ਰਿਪਤੀ ਹੋ ਰਹੀ ਹੈ। ਮਨ ਤੇ ਉੱਦਾਂ ਹੀ ਚੱਲ ਰਿਹਾ ਹੈ। ਪੜ੍ਹਿਆ ਥੋੜ੍ਹੀ, ਪੜ੍ਹੀਏ ਨਾ ਹੀ ਭੇਦ, ਬੂਝੀਏ ਭਾਵ। ਤੇ ਆਕਾਰ ਦੇ ਨਾਲ ਜੁੜਨ ਵਾਸਤੇ ਨਹੀਂ ਸੀ ਕਿਹਾ। ਹਾਂ, ਆਕਾਰ ਤੋਂ ਬਿਨਾਂ ਬਾਣੀ ਲਿਖੀ ਨਹੀਂ ਜਾ ਸਕਦੀ, ਇਹ ਤਾਂ ਗੱਲ ਠੀਕ ਹੈ। ਪਰ ਆਕਾਰ ਦੀ ਹੀ ਪੂਜਾ, ਜੇ ਆਕਾਰ ਦੀ ਹੀ ਪੂਜਾ ਕਰਨੀ ਹੈ, ਮੈਂ ਇੱਕ ਸਵਾਲ ਕਰਦਾ ਹਾਂ ਸਿੱਖਾਂ ਨੂੰ, ਫਿਰ ਬਾਣੀ ਤੇ ਆਹ ਟੈਲੀਫੋਨ ਦੇ ਵਿੱਚ ਵੀ ਸਾਰੀ ਮੌਜੂਦ ਹੈ। ਅਜੋਕੇ ਸਮੇਂ 'ਚ ਤਕਰੀਬਨ ਹਰ ਸਿੱਖ ਦੇ ਟੈਲੀਫੋਨ ਦੇ ਵਿੱਚ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੌਜੂਦ ਹੈ। ਫਿਰ ਇਹਨੂੰ ਰੱਖ ਕੇ ਪੂਜਾ ਕਰੋ, ਕਿਉਂਕਿ ਬਾਣੀ ਤੇ ਅੰਦਰ ਹੈ, ਆਕਾਰ ਦੇ ਵਿੱਚ। ਹੁਣ ਅਜੋਕੇ ਸਮੇਂ 'ਤੇ ਬਹੁਤ ਛੋਟੀ ਸਿਮ, ਇੱਕ ਕਾਰਡ ਮੈਮਰੀ ਦੇ ਵਿੱਚ ਆ ਜਾਂਦੇ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ, ਬਹੁਤ ਛੋਟਾ ਜੀ। ਤੇ ਉਹਦੀ ਪੂਜਾ ਕਰੋਗੇ ਰੱਖ ਕੇ ਤੁਸੀਂ, ਵੀ ਦੇਖੋ ਆਕਾਰ ਦੀ ਪੂਜਾ ਕਰੋਗੇ। ਜੇ ਆਕਾਰ ਦੀ ਹੀ ਪੂਜਾ ਕਰਨੀ, ਫਿਰ ਟੈਲੀਫੋਨ ਦੇ ਵਿੱਚ ਬਾਣੀ ਸਾਰੀ, ਇਹਦੀ ਪੂਜਾ ਕਰੋ। ਇਹਦੀ ਤੇ ਕਰਦੇ ਨਹੀਂ, ਕਿਉਂਕਿ ਇਹਦੇ ਵਿੱਚ ਹੋਰ ਬਹੁਤ ਕੁਛ ਹੈ। ਕੋਈ ਸੰਭਾਲ ਕੇ ਥੋੜ੍ਹੀ ਰੱਖਦਾ ਹੈ, ਕੋਈ ਕਿੱਥੇ ਪਾਉਂਦਾ ਹੈ, ਕੋਈ ਕਿੱਥੇ ਰੱਖਦਾ ਹੈ। ਬਾਥਰੂਮ 'ਚ ਲੈ ਕੇ ਲੋਕ ਵੜ ਜਾਂਦੇ ਹਨ ਟੈਲੀਫੋਨ। ਹਾਂ, ਆਕਾਰ ਦੁਆਰਾ ਉਪਦੇਸ਼ ਨੂੰ ਅੰਕਿਤ ਨਹੀਂ ਕਰ ਸਕਦੇ। ਇਹ ਮੀਡੀਅਮ ਹੈ, ਮਾਧਿਅਮ। ਜਿਵੇਂ ਤੁਸੀਂ ਆਹ ਸੁਣ ਰਹੇ ਹੋ, ਹੁਣ ਮੈਂ ਬੋਲ ਰਿਹਾ ਹਾਂ, ਤੁਸੀਂ ਆਪੋ ਆਪਣੇ ਘਰ ਬੈਠ ਕੇ ਸੁਣ ਰਹੇ ਹੋ। ਸੁਣ ਕਿਵੇਂ ਰਹੇ ਹੋ? ਟੈਲੀਫੋਨ ਦੀ ਰਾਹੀਂ। ਅਗਰ ਤੁਹਾਨੂੰ ਸਮਝ ਵਿੱਚ ਆ ਰਹੀ ਹੈ ਗੱਲ, ਕਈਆਂ ਨੂੰ ਆ ਵੀ ਰਹੀ ਹੈ, ਉਪਦੇਸ਼ ਸਮਝ ਵਿੱਚ ਆ ਰਿਹਾ ਹੈ, ਗਹਿਰੇ ਜਾ ਰਹੇ ਹਨ, ਉਹਨਾਂ ਦੀ ਬਿਰਤੀ ਸੰਸਾਰ ਵੱਲੋਂ ਹਟ ਰਹੀ ਹੈ, ਪਰਮਾਤਮਾ ਵੱਲ ਜਾ ਰਹੀ ਹੈ, ਧਿਆਨ ਲੱਗ ਰਿਹਾ ਹੈ, ਤੇ ਉਹ ਟੈਲੀਫੋਨ ਦੀ ਪੂਜਾ ਕਰਨਗੇ। ਸੁਣ ਤੇ ਟੈਲੀਫੋਨ ਰਾਹੀਂ ਰਿਹਾ ਹੈ, ਖਿਆਲ ਕਰੋ। ਅਗਰ ਕਿਸੇ ਨੂੰ ਗਿਆਨ ਹੋ ਗਿਆ, ਉਪਲਬਧੀ ਹੋ ਗਈ, ਉਹ ਟੈਲੀਫੋਨ ਦੀ ਪੂਜਾ ਕਰੂਗਾ ਵੀ ਟੈਲੀਫੋਨ ਨੇ ਬੜੀ ਕਿਰਪਾ ਕੀਤੀ। ਨਹੀਂ, ਇਹ ਤੇ ਮਾਧਿਅਮ ਹੈ। ਜਾਂ ਨੈੱਟ ਦੀ ਪੂਜਾ ਕਰੇਗਾ, ਜਿਹਦੇ ਥਰੂ ਸੁਣ ਰਿਹਾ ਹੈ, ਵੀ ਇਹ ਨੈੱਟ ਨਾ ਹੁੰਦਾ ਤੇ ਮੈਂ ਸੁਣ ਨਹੀਂ ਸਕਦਾ ਸੀ।
ਵਾਸਤਵਿਕ ਦੇ ਵਿੱਚ ਗੱਲ ਵੀ ਠੀਕ ਹੈ। ਜਿਨ੍ਹਾਂ ਕੋਲ ਨੈਟ ਨਹੀਂ ਹੈ ਉਹ ਸੁਣ ਨਹੀਂ ਸਕਦੇ ਹਨ। ਨੈਟ ਮਾਧਿਅਮ ਹੈ, ਟੈਲੀਫੋਨ ਵੀ ਮਾਧਿਅਮ ਹੈ। ਮਾਧਿਅਮ ਦੀ ਪੂਜਾ ਕਰੋਗੇ। ਇੱਦਾਂ ਹੀ ਅੱਖਰ ਲਿਖੇ ਹੋਏ ਹਨ ਕਾਗਜ਼ ਤੇ, ਕਾਗਜ਼ ਮਾਧਿਅਮ ਹੈ। ਕਾਗਜ਼ ਦੀ ਪੂਜਾ ਕਰੋਗੇ, ਆਕਾਰ ਦੀ ਪੂਜਾ ਕਰੋਗੇ। ਆਕਾਰ ਦੀ ਪੂਜਾ ਕਰਕੇ ਕੀ ਮਿਲੂਗਾ? ਕਾਗਜ਼ ਤੇ ਗਲ ਜਾਣਗੇ, ਸੜ ਜਾਣਗੇ। ਇਸੇ ਕਰਕੇ ਨਵੇਂ ਨਵੇਂ ਕਾਗਜ਼ਾਂ ਤੇ ਬਾਣੀ ਲਿਖੀ ਜਾ ਰਹੀ ਹੈ। ਪੁਰਾਣੇ ਮਿਟ ਰਹੇ ਹਨ, ਹੋਰ ਨਵਿਆਂ ਤੇ ਲਿਖੀ ਜਾਂਦੀ। ਤੇ ਅਜੋਕੇ ਸਮੇਂ 'ਚ ਹੋਰ ਵੀ ਸੁਵਿਧਾ ਹੈ ਵੀ ਸਾਰੀ ਬਾਣੀ ਨੂੰ ਫੀਡ ਕਰਕੇ ਕੰਪਿਊਟਰ 'ਚ ਰੱਖਿਆ ਜਾ ਸਕਦਾ ਹੈ, ਸੇਵ ਕੀਤਾ ਜਾਂਦਾ ਹੈ। ਤੇ ਗਾਹਾਂ ਤੋਂ ਗਾਹਾਂ ਨਵੇਂ ਨਵੇਂ ਮਾਧਿਅਮ ਨਿਕਲ ਰਹੇ ਹਨ ਬਾਣੀ ਨੂੰ ਸੇਵ ਕਰਨ ਦੇ। ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਾਗਜ਼ਾਂ ਤੇ ਘੱਟ ਲਿਖੀ ਜਾਵੇ। ਠੀਕ ਵੀ ਹੈ। ਹੁਣ ਕਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜ਼ਿਆਦਾਤਰ ਸਿੱਖ ਲੋਕ ਵਿਦੇਸ਼ਾਂ ਦੇ ਵਿੱਚ ਵੀ ਘਰਾਂ 'ਚ ਰੱਖੀ ਹੋਈ, ਰੋਜ਼ ਪਾਠ ਕਰਦੇ ਹਨ ਤੇ ਦੱਸਦੇ ਹਨ ਇਸ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੈ। ਦੇਖੋ, ਰੋਜ਼ ਪਾਠ ਕਰਦੇ ਤੇ ਉਹਨਾਂ ਦੀ ਚਿੱਤ ਬਿਰਤੀ ਦੇਖੋ। ਉੱਦਾਂ ਹੀ ਵਾਸ਼ਨਾ, ਕਾਮਨਾ, ਪਰੇਸ਼ਾਨੀਆਂ, ਤਣਾਅ, ਉੱਦਾਂ ਹੀ ਉਲਝਣਾ, ਉੱਦਾਂ ਹੀ ਸੰਸਾਰਿਕ ਸਮੱਸਿਆਵਾਂ ਫਸੇ ਹੋਏ ਹਨ। ਤੋਂ ਘਰ ਦੇ ਵਿੱਚ ਰੱਖੀ ਹੋਈ, ਪਾਠ ਵੀ ਕਰਦੇ ਹਨ, ਅਸ਼ਾਂਤੀ ਉੱਦਾਂ ਹੀ। ਹੁਣ ਅਜੋਕੇ ਸਮੇਂ 'ਚ ਤੇ ਸਾਰਿਆਂ ਦੀ ਜੇਬ 'ਚ ਹੀ ਹੈ। ਆਹ ਟੈਲੀਫੋਨ ਦੇ ਵਿੱਚ ਸਾਰੀ ਬਾਣੀ ਹੈ ਹਰ ਇੱਕ ਦੀ ਜੇਬ 'ਚ। ਤੇ ਜੇਬ 'ਚ ਰੱਖਿਆ ਗੁਰੂ ਗ੍ਰੰਥ ਸਾਹਿਬ ਨੂੰ ਉਪਲਬਧੀ ਥੋੜ੍ਹੀ ਹੋ ਜਾਵੇਗੀ। ਖਿਆਲ ਕਰੋ ਤੁਸੀਂ ਵੀ ਜੇਬ 'ਚ ਵੀ ਤੁਹਾਡੇ ਰੱਖੀ ਹੋਈ ਹੈ ਬਾਣੀ ਸਾਰੀ, ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼। ਤੇ ਇਹਦੇ ਨਾਲ ਕੀ ਹੋਊਗਾ? ਉਪਲਬਧੀ ਹੋਈ, ਸੰਭਾਲ ਰੱਖੀ ਜਾ। ਨਹੀਂ, ਸਿੱਖ ਸਮਝ ਨਹੀਂ ਰਹੇ ਹਨ। ਜੋ ਗੁਰੂਆਂ ਨੇ ਕਿਹਾ ਸੀ ਨਾ, ਮੈਂ ਬਹੁਤ ਵਾਰ ਕਹਿਣਾ ਹਾਂ, ਉਹ ਨਹੀਂ ਸਮਝਿਆ ਗਿਆ ਹੈ ਤੇ ਨਿਆ ਹੀ ਸਮਝਿਆ ਜਾ ਰਿਹਾ ਹੈ। ਐਸਾ ਨਹੀਂ ਸਿੱਖ ਐਸਾ ਕਰ ਰਹੇ ਹਨ, ਹਰ ਧਰਮ ਦੇ ਵਿੱਚ ਹੀ ਐਸਾ ਹੋ ਰਿਹਾ, ਦਿਖਾਵਾ। ਦਿਖਾਵਾ ਕਰਨਾ ਹੈ ਕਿ ਸਾਡੇ ਕੋਲ ਵੇਖੋ ਵਿਸ਼ਿਸ਼ਟ ਕੋਈ ਚੀਜ਼ ਹੈ ਗੁਰੂਆਂ ਦੀ ਮੌਜੂਦ, ਤੋਂ ਦਿਖਾਉਂਦਾ ਹੈ, ਦੂਸਰਿਆਂ ਨੂੰ ਦੱਸਦਾ ਹੈ ਸਾਡੇ ਪਰਿਵਾਰ ਨੂੰ ਦਿੱਤੀ, ਸਾਡੇ ਪਰਿਵਾਰ ਨੇ ਸੰਭਾਲ ਕੇ ਰੱਖੀ। ਤੋਂ ਉਹਦੇ ਨਾਲ ਹੰਕਾਰ ਦੀ ਤ੍ਰਿਪਤੀ ਹੁੰਦੀ। ਤੇ ਜੋ ਬਾਹਰ ਮੁਖੀ ਧਾਰਮਿਕ ਲੋਕ ਹਨ ਸਿਰਫ ਦਿਖਾਵਾ ਕਰ ਰਹੇ ਹਨ ਤੇ ਬਾਹਰ ਜੁੜ ਰਹੇ ਹਨ। ਧਾਰਮਿਕ ਸਥਾਨ ਵਧੀਆ ਤੋਂ ਵਧੀਆ ਬਣਾਉਂਦੇ ਹਨ। ਦੇਖੋ, ਸਾਡੇ ਗੁਰਦੁਆਰੇ ਵਰਗਾ ਹੈ ਕੋਈ ਗੁਰਦੁਆਰਾ ਸਾਰੀ ਦੁਨੀਆ 'ਚ ਪਹਿਲੇ ਨੰਬਰ। ਪਿੱਛੇ ਜਿਹੇ ਦੁਬਈ ਦੇ ਵਿੱਚ ਇੱਕ ਗੁਰਦੁਆਰਾ, ਉਹਦੀ ਬੜੀ ਮਸ਼ਹੂਰੀ। ਕਿਉਂ ਕਰ ਰਹੇ ਹਨ? ਹੈ ਕੋਈ ਸਾਡੇ ਵਰਗਾ? ਦੇਖੋ, ਦੁਬਈ ਦੇ ਵਿੱਚ ਐਡਾ ਵੱਡਾ ਗੁਰਦੁਆਰਾ ਬਣਾ ਤੇ ਹਰ ਇੱਕ ਹੀ ਧਾਰਮਿਕ ਸਥਾਨ ਇੱਕ ਦੂਸਰੇ ਤੋਂ ਵਧੀਆ ਬਣਾਉਂਦਾ। ਬਹੁਤ ਬਹੁਤ ਬੜੇ ਬੜੇ ਧਾਰਮਿਕ ਸਥਾਨ ਬਣੇ ਹੋਏ ਹਨ ਹਰ ਧਰਮ ਦੇ ਵਿੱਚ। ਬੋਧੀਆਂ ਦੇ ਬੜੇ ਬੜੇ ਵੱਡੇ ਸਥਾਨ, ਸੋਨੇ ਦੀਆਂ ਮੂਰਤੀਆਂ, ਜੈਨੀਆਂ ਦੇ ਤੁਸੀਂ ਦੇਖੇ ਨਹੀਂ ਹੈ ਸਾਰੇ, ਇਸ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ। ਬਹੁਤ। ਤੇ ਹਰ ਇੱਕ ਹੀ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਸੰਸਾਰ 'ਚ ਸਾਰਿਆਂ ਨੂੰ ਵੱਡਾ ਧਾਰਮਿਕ ਸਥਾਨ ਸਾਡਾ ਹੋ। ਹੁਣ ਅਯੋਧਿਆ ਵੀ ਇਹੋ ਹੀ ਕੰਪੀਟੀਸ਼ਨ ਚੱਲ ਰਿਹਾ ਕਿ ਸਾਰਿਆਂ ਨੂੰ ਵਧੀਆ ਰਾਮ ਦਾ ਮੰਦਿਰ ਬਣਾਉਣਾ ਹੈ।
ਦੁਨੀਆ ਦੇਖੇ। ਇਹ ਹੰਕਾਰ ਹੀ ਹੈ, ਦਿਖਾਉਣਾ ਹੈ, ਸੋਨੇ ਦੀਆਂ ਮੂਰਤੀਆਂ ਲਾ ਕੇ ਦਿਖਾਉਣਾ ਹੈ। ਦੇਖੋ ਧਾਰਮਿਕ ਲੋਕ ਸਿਰਫ ਦਿਖਾਵਾ ਕਰਦੇ, ਪ੍ਰਦਰਸ਼ਨ ਕਰ ਰਹੇ ਹਨ। ਹੰਕਾਰ ਦੀ ਤ੍ਰਿਪਤੀ ਹੁੰਦੀ, ਜਲੂਸ ਕੱਢਦੇ ਹਨ। ਕਾਹਦੇ ਵਾਸਤੇ? ਦਿਖਾਉਣ ਵਾਸਤੇ। ਦੇਖੋ ਸਾਡਾ ਧਰਮ, ਬਹੁਤ ਦੁਨੀਆ ਇਕੱਠੀ ਹੁੰਦੀ ਤੇ ਬੜੇ ਖੁਸ਼ ਹੁੰਦੇ ਹਨ, ਲੋਕ ਪ੍ਰਭਾਵਿਤ ਹੁੰਦੇ ਹਨ। ਫਿਰ ਦੇਖੋ ਕੈਸਾ ਜਲਾਓ, ਕੈਸਾ ਜਲੂਸ, ਦਿਖਾਵਾ ਤੇ ਹੰਕਾਰ ਦੀ ਤ੍ਰਿਪਤੀ। ਧਰਮ ਦਿਖਾਵਾ ਨਹੀਂ ਹੈ। ਤੇ ਇਹ ਧਾਰਮਿਕ ਲੋਕ ਬਾਹਰ ਜੁੜ ਰਹੇ ਹਨ ਦਿਖਾਵਾ ਕਰਕੇ, ਦਿਖਾ ਕੇ ਬਾਹਰ ਸਥਾਨਾਂ ਦੇ ਨਾਲ ਜੁੜ ਰਹੇ ਹਨ, ਪਹਿਰਾਵੇ ਦੇ ਨਾਲ ਜੁੜ ਰਹੇ ਹਨ, ਪਹਿਰਾਵਾ ਦਿਖਾਉਂਦੇ ਹਨ, ਸ਼ਸਤਰ ਦਿਖਾਉਂਦੇ ਹਨ, ਆਪਣਾ ਹੁਨਰ ਦਿਖਾਉਂਦੇ ਹਨ, ਬਾਹਰੋਂ ਜੁੜ ਰਹੇ ਹਨ ਤੇ ਬਾਹਰੋਂ ਜੋੜ ਰਹੇ ਹਨ, ਆਕਾਰ ਦੇ ਨਾਲ ਜੁੜ ਰਹੇ। ਆਕਾਰ ਦੇ ਨਾਲ ਨਹੀਂ ਜੁੜਨਾ, ਉਪਦੇਸ਼ ਨਿਰਾਕਾਰ ਦੇ ਨਾਲ ਜੋੜਦਾ ਹੈ। ਖਿਆਲ ਵਿੱਚ ਰੱਖੋ, ਆਕਾਰ ਨੂੰ ਤੇ ਮਿਥਿਆ ਕਿਹਾ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨ, ਕਿਹਾ ਹੈ ਨਾ ਵੀ ਜੋ ਵੀ ਦਿਖ ਰਿਹਾ ਸਭ ਕੁਝ ਮਿਟ ਰਿਹਾ ਹੈ, ਮਿਟੇਗਾ ਹੀ। ਧਾਰਮਿਕ ਸਥਾਨ ਵੀ ਸਾਰੇ ਮਿਟਣਗੇ, ਕਦੇ ਨਾ ਕਦੇ ਤੇ ਮਿਟਣਗੇ। ਕਿੰਨਾ ਕੁ ਚਿਰ ਸੰਭਾਲੋਗੇ? ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਕਿੰਨਾ ਕੁ ਚਿਰ ਸੰਭਾਲੋਗੇ? 100 ਸਾਲ, 200, 400, 500, ਕਿੰਨਾ ਕੁ ਚਿਰ ਸੰਭਾਲੋਗੇ? ਗਰ ਜਾਣਗੀ, ਮਿਟ ਜਾਣਗੀ, ਮਿਟਣਗੀਆਂ ਹੀ ਆਖਰ, ਕਿਉਂਕਿ ਹਰ ਚੀਜ਼ ਮਿਟ ਰਹੀ ਹੈ ਇੱਥੇ। ਸਦਾ ਵਾਸਤੇ ਕੁਛ ਵੀ ਨਹੀਂ ਰਹਿੰਦਾ, ਰਹਿ ਨਹੀਂ ਸਕਦਾ ਹੈ ਧਰਤੀ ਤੇ ਸਦਾ ਵਾਸਤੇ ਕੁਝ ਵੀ। ਸਭ ਕੁਛ ਮਿਟੇਗਾ ਹੈ। ਹਾਂ ਜ਼ਿਆਦਾ ਸਮਾਂ ਰਹਿ ਸਕਦਾ ਹੈ ਕੁਛ, ਫਿਰ ਵੀ ਮਿਟੇਗਾ। ਤੇ ਸੰਭਾਲ ਕੇ ਵੀ ਕੀ ਕਰੋਗੇ? ਤੇ ਆਕਾਰ ਮਿਟ ਰਿਹਾ ਹੈ, ਇਸ ਕਰਕੇ ਇਹਨੂੰ ਮਿਥਿਆ ਕਿਹਾ ਹੈ। ਇਹ ਜਗ ਧੂਏ ਕਾ ਪਹਾੜ, ਬਾਲੂ ਕੀ ਪੀਤ ਬਣਾਈ ਰਜਪਤ, ਰਹਿਤ ਨਹੀਂ ਦਿਨ ਚਾਰ। ਜਿਵੇਂ ਰੇਤਾ ਦੀ ਕੰਧ ਹੈ, ਡਿੱਗ ਜਾਂਦੀ ਹੈ ਤਾਂ ਸੰਸਾਰ ਦੀ ਹਰ ਚੀਜ਼ ਮਿਟ ਰਹੀ, ਨਾਸ਼ਵਾਨ, ਤੇ ਤੁਸੀਂ ਨਾਸ਼ਵਾਨ ਦੇ ਨਾਲ ਜੁੜ ਰਹੇ। ਨਾਸ਼ਵਾਨ ਦੇ ਨਾਲ ਥੋੜ੍ਹੀ ਜੁੜਨਾ ਹੈ। ਨਾਸ਼ਵਾਨ ਨੂੰ ਤੇ ਝੂਠ ਕਿਹਾ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ। ਕਿੰਨੀ ਵਾਰ ਕਿਹਾ ਹੈ, ਇਹ ਸਭ ਕੁਛ ਮਿਥਿਆ ਹੈ, ਝੂਠ। ਤੇ ਉਪਦੇਸ਼ ਦੁਆਰਾ ਤੁਸੀਂ ਆਕਾਰ ਨਾਲੋਂ ਹਟਣਾ ਸੀ। ਦੇਖੋ ਉਲਟੀ ਗੱਲ ਹੋ ਗਈ ਨਾ। ਉਪਦੇਸ਼ ਨੂੰ ਪੜ੍ਹ ਕੇ, ਉਪਦੇਸ਼ ਨੂੰ ਸਮਝ ਕੇ ਆਕਾਰ ਤੋਂ ਬਿਰਤੀ ਨੂੰ ਹਟਾਉਣਾ ਹੈ, ਆਕਾਰ ਤੋਂ ਧਿਆਨ ਨੂੰ ਹਟਾਉਣਾ ਹੈ। ਭਾਵੇਂ ਧਾਰਮਿਕ ਵੀ ਆਕਾਰ ਕਿਉਂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਵੀ ਆਕਾਰ ਹੀ ਹੈ, ਇੱਧਰੋਂ ਵੀ ਧਿਆਨ ਹਟਾਉਣਾ ਹੈ। ਉਪਦੇਸ਼ ਦੁਆਰਾ ਨਿਰਾਕਾਰ ਦੇ ਨਾਲ ਜੁੜਨਾ ਹੈ, ਆਕਾਰ ਦੇ ਨਾਲ ਥੋੜ੍ਹੀ। ਹੁਣ ਹਿੰਦੂ ਮੂਰਤੀ ਦੇ ਨਾਲ ਜੁੜੇ ਹਨ, ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ, ਉਹਦੀ ਸੰਭਾਲ ਕਰੀ ਜਾਂਦੇ ਹਨ। ਫਿਰ ਜਿੰਨਾ ਜ਼ਿਆਦਾ ਕੋਈ ਸਤਿਕਾਰ ਕਰਦਾ ਹੈ, ਲੋਕ ਬੜੇ ਖੁਸ਼ ਹੁੰਦੇ ਹਨ। ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਸਤਿਕਾਰ ਕੀਤਾ, ਛਤਰ ਉੱਤੇ ਝੁਲਦੇ ਹਨ, ਬੈਂਡ ਵਾਜੇ ਵੱਜਦੇ ਹਨ, ਲੋਕ ਜਦੋਂ ਲੈ ਕੇ ਜਾਂਦੇ ਹਨ ਮੂਹਰੇ, ਦਰੀਆਂ ਵਿਛਾਉਂਦੇ ਹਨ, ਮੈਟ ਵਿਛਾਉਂਦੇ ਹਨ, ਤੇ ਬੜਾ ਲੋਕ ਖੁਸ਼ ਹੁੰਦੇ ਹਨ। ਦੇਖੋ ਬੱਲੇ ਬੱਲੇ ਕਿੰਨਾ ਸਤਿਕਾਰ ਕਰਦੇ ਨੇ। ਇਹ ਹਨ ਸਿੱਖ ਵਾਸਤਵਿਕ ਦੇ, ਸਤਿਕਾਰ ਕਰਦੇ। ਸਿੱਖ ਹੀ ਉਹਨਾਂ ਨੂੰ ਸਮਝਦੇ, ਲੋਕ ਸਤਿਕਾਰ ਕਰਦੇ। ਅਗਰ ਵਿਦੇਸ਼ੀ ਅੰਗਰੇਜ਼ ਸਤਿਕਾਰ ਕਰਦੇ ਹੁਣ, ਹੋਰ ਖੁਸ਼ ਹੁੰਦੇ ਹਨ। ਦੇਖੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਸਤਿਕਾਰ। ਸਾਰਿਆਂ ਨੂੰ ਵੱਡੀ ਲਾਇਬ੍ਰੇਰੀ ਦੇ ਵਿੱਚ, ਸਾਰਿਆਂ ਨੂੰ ਉੱਪਰ ਸਾਡਾ ਗੁਰੂ ਗ੍ਰੰਥ ਸਾਹਿਬ ਰੱਖਿਆ, ਬਾਕੀ ਸਭ ਚੀਜ਼ਾਂ ਥੱਲੇ ਹਨ। ਸਾਡਾ ਮਹਾਨ ਹੈ ਗੁਰੂ ਗ੍ਰੰਥ ਸਾਹਿਬ। ਉਤੋਂ ਹੀ ਵੇਖ ਲਓ ਹੰਕਾਰ ਦੀ ਤ੍ਰਿਪਤੀ ਹੋ ਜਾਂਦੀ। ਤੇ ਆਕਾਰ ਦੇ ਨਾਲ ਜੁੜ ਕੇ, ਆਕਾਰ ਦੇ ਨਾਲ ਨਹੀਂ ਜੁੜਨਾ ਹੈ।
ਆਕਾਰ ਤੋਂ ਧਿਆਨ ਹਟਾਉਣਾ ਹੈ। ਜਦੋਂ ਗੁਰੂ ਵੀ ਮੌਜੂਦ ਸਨ ਨਾ, ਉਦੋਂ ਵੀ ਉਪਦੇਸ਼ ਉਹ ਦਿੰਦੇ ਸਨ ਤੇ ਇਹੋ ਕਹਿੰਦੇ ਹੋਣਗੇ ਨਹੀਂ, ਮੈਂ ਗਵਾਹ ਹਾਂ, ਇਹੋ ਹੀ ਕਹਿੰਦੇ ਸਨ ਵੀ ਤੁਸੀਂ ਜੋ ਬਾਹਰ ਸਾਡਾ ਆਕਾਰ ਦੇਖ ਰਹੇ ਹੋ ਨਾ, ਇਹ ਵਾਸਤਵਿਕ ਨਹੀਂ, ਇਹ ਸਰੀਰ ਵਾਸਤਵਿਕ ਨਹੀਂ, ਇਹ ਮਿਥਿਆ ਹੈ, ਇਹ ਸਦਾ ਨਹੀਂ ਰਹੇਗਾ, ਇਹ ਜਾਵੇਗਾ। ਇਹਦੇ ਨਾਲ ਨਹੀਂ ਜੁੜਨਾ ਹੈ, ਸਾਡੇ ਉਪਦੇਸ਼ ਨਾਲ। ਸਾਡੇ ਉਪਦੇਸ਼ ਨੂੰ ਸਮਝੋ ਤੇ ਉਹਦੇ ਨਾਲ ਜੁੜੋ, ਜਿਹੜਾ ਸਾਡੇ ਸਰੀਰ ਦੇ ਅੰਦਰ ਹੈ, ਸਾਡੇ ਸਰੀਰ ਨੂੰ ਚਲਾ ਰਿਹਾ ਹੈ ਉਪਦੇਸ਼ ਦੁਆਰਾ। ਉਹਦੇ ਨਾਲ ਜੁੜ, ਉਹਦੇ ਨਾਲ ਹੀ ਜੋੜ ਰਹੇ ਸਾਨੂੰ, ਸਰੀਰਾਂ ਦੇ ਨਾਲ ਥੋੜ੍ਹੀ। ਸਰੀਰ ਤੇ ਸਾਰੇ ਹੀ ਨਾਸ਼ਵਾਨ ਹਨ, ਇਸੇ ਕਰਕੇ ਤੇ ਸਰੀਰ ਰਹੇ ਨਹੀਂ ਹਨ, ਕਿਸੇ ਦਾ ਵੀ ਨਹੀਂ ਰਹਿੰਦਾ। ਰਾਣਾ ਰਾਵਨ ਕੋ ਰਹੇ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਸਭ ਜਾ ਰਹੇ ਹਨ, ਫਕੀਰ ਵੀ ਗੁਰੂ ਵੀ। ਸਰੀਰ ਕਰਕੇ ਥੋੜ੍ਹੀ ਥਿਰ ਰਹਿੰਦਾ ਹੈ ਕੁਛ, ਸਰੀਰ ਤੇ ਮਿਥਿਆ, ਆਕਾਰ ਤੇ ਮਿਥਿਆ। ਆਕਾਰ ਦੀ ਪੂਜਾ ਥੋੜ੍ਹੀ ਕਰਨ ਨੂੰ ਕਿਹਾ ਸੀ। ਪੂਜਾ ਕੀਚੈ ਨਾਮ ਧਿਆਈਏ, ਬਿਨ ਨਾਵੇਂ ਪੂਜ ਨਾ ਹੋਈ। ਉਹ ਕਹਿੰਦੇ ਨਾਮ ਜਪੋ, ਨਾਮ ਦਾ ਚਿੰਤਨ ਕਰੋ। ਪੂਜਾ ਆਕਾਰ ਦੀ ਥੋੜ੍ਹੀ ਕਰਨੀ, ਆਕਾਰ ਦੀ ਹੀ ਪੂਜਾ ਕਰੀ ਜਾਂਦੇ ਲੋਕ। ਤੇ ਉਪਦੇਸ਼ ਦੁਆਰਾ ਨਿਰਾਕਾਰ ਨਾਲ ਜੁੜਨਾ ਹੈ, ਆਕਾਰ ਵੱਲੋਂ, ਸਮੁੱਚੇ ਆਕਾਰ ਵੱਲੋਂ ਧਿਆਨ ਹਟਾਉਣਾ ਹੈ। ਪਰ ਧਾਰਮਿਕ ਲੋਕ ਆਪਣੇ ਧਾਰਮਿਕ ਗ੍ਰੰਥਾਂ ਦੇ ਆਕਾਰ ਨਾਲ ਜੁੜ ਰਹੇ ਹਨ। ਇੱਦਾਂ ਹਿੰਦੂ ਜੁੜ ਜਾਂਦੇ ਬਾਹਰ ਗੀਤਾ ਦੇ ਨਾਲ, ਇਸਲਾਮ ਜਗਤ ਦੇ ਲੋਕ ਜੁੜੇ ਹੋਏ ਕੁਰਾਨ ਦੇ ਨਾਲ, ਈਸਾਈ ਬਾਈਬਲ ਦੇ ਨਾਲ, ਹਰੇ ਕੋਈ ਨਾ ਕੋਈ ਬਾਹਰ ਜੁੜਿਆ ਹੋਏ, ਕੋਈ ਕ੍ਰਾਸ ਦੇ ਨਾਲ ਜੁੜਿਆ ਹੋਏ, ਕੋਈ ਮੂਰਤੀ ਦੇ ਨਾਲ ਜੁੜਿਆ ਹੋਏ। ਤਾਂ ਉੱਥੇ ਹੀ ਚਿੱਤ ਬਿਰਤੀ ਰਹਿ ਜਾਂਦੀ ਹੈ, ਵਾਪਸ ਫਿਰ ਉੱਥੇ ਕੀ ਆ ਜਾਂਦੇ ਹਨ, ਮੁੜ ਕਿੜ ਕੇ। ਜਾਣਾ ਕਿੱਥੇ ਹੈ? ਜਿੱਥੇ ਤੁਹਾਡੀ ਸੁਤਾ ਜੁੜੀ ਹੋਈ ਹੈ ਉੱਥੇ ਹੀ। ਆਕਾਰ ਦੇ ਨਾਲ ਜੁੜੀ ਹੋਈ ਹੈ ਤੇ ਆਕਾਰ ਤੋਂ ਮੁਕਤ ਥੋੜ੍ਹੀ ਹੋਵੋ, ਖਿਆਲ ਵਿੱਚ ਰੱਖੋ। ਭਾਵੇਂ ਧਾਰਮਿਕ ਆਕਾਰ ਨਾਲ ਵੀ ਜੁੜੇ ਹੋਏ ਹੋ, ਧਾਰਮਿਕ ਸਥਾਨ ਦੇ ਨਾਲ ਜੁੜੇ ਹੋਏ ਹੋ, ਉੱਥੇ ਹੀ ਆਓਗੇ ਫਿਰ ਮੁੜ ਕੇ, ਮੁਕਤ ਥੋੜ੍ਹੀ ਹੋਊਗੀ। ਆਕਾਰ ਨਾਲੋਂ ਮੁਕਤ ਹੋਣਾ ਹੈ ਤਾਂ ਮੁਕਤ ਹੋਵੋਗੇ। ਪਹਿਲਾਂ ਸੰਸਾਰਿਕ ਆਕਾਰ ਛੱਡਣੇ ਹਨ, ਉਹ ਝੂਠ ਹਨ ਜਿਨ੍ਹਾਂ ਨਾਲ ਜੁੜੇ ਹੋ ਤੁਸੀਂ, ਘਰ ਦੇ ਨਾਲ, ਪਰਿਵਾਰ ਦੇ ਨਾਲ। ਸਭ ਆਕਾਰ ਝੂਠ ਹਨ, ਘਰ ਵੀ ਮਿਟੇਗਾ, ਪਰਿਵਾਰ ਵੀ, ਸਭ ਕੁਛ ਨਾਸ਼ਵਾਨ ਹੈ। ਫਿਰ ਧਾਰਮਿਕ ਆਕਾਰ ਉਹ ਵੀ ਛੱਡਣੇ ਹਨ, ਕਿਉਂਕਿ ਉਹ ਵੀ ਨਾਸ਼ਵਾਨ ਹੈ। ਸਭ ਕੁਛ ਮਿਥਿਆ ਹੈ, ਸਭ ਕੁਛ ਝੂਠ ਹੈ, ਮਿਟ ਹੀ ਰਿਹਾ ਹੈ। ਆਕਾਰ ਨਾਲੋਂ ਬਿਰਤੀ ਹਟਾਉਣੀ ਹੈ, ਪਰ ਇਹ ਬਹੁਤ ਕਠਿਨ ਹੈ। ਆਕਾਰ ਨਾਲੋਂ ਧਿਆਨ ਹਟਾਉਣਾ ਵਾਰ-ਵਾਰ ਕਿਹਾ ਵੀ ਜਾ ਰਿਹਾ। ਦੇਖੋ ਸੁਣਨ ਵਾਲੇ ਵੀ ਸੁਣ ਰਹੇ ਹਨ, ਬਹੁਤਿਆਂ ਦਾ ਫਿਰ ਵੀ ਨਹੀਂ ਹਟ ਰਿਹਾ। ਇੰਨਾ ਮੋਹ ਹੋ ਜਾਂਦਾ ਹੈ ਨਾ ਧਾਰਮਿਕ ਆਕਾਰਾਂ ਨਾਲ, ਆਦਮੀ ਛੱਡ ਨਹੀਂ ਸਕਦਾ। ਸਮਝ ਵਿੱਚ ਵੀ ਆ ਰਹੀ ਹੈ ਕਈਆਂ ਦੀ ਗੱਲ, ਤਾਂ ਵੀ ਆਕਾਰ ਤੋਂ ਮੁਕਤ ਨਹੀਂ ਹੁੰਦੇ, ਆਕਾਰ ਨਾਲ ਹੀ ਜੁੜਦੇ। ਕਿਉਂਕਿ ਆਕਾਰ ਤੋਂ ਧਿਆਨ ਹਟਾਉਣਾ ਬਹੁਤ ਔਖਾ। ਅਗੇ ਵਾਸਤਵਿਕ ਦੇ ਵਿੱਚ ਸੰਸਾਰਿਕ ਆਕਾਰ ਤੋਂ ਧਿਆਨ ਹਟਾਉਣਾ ਸੁਖਾਲਾ ਹੈ ਜੀ, ਧਾਰਮਿਕ ਆਕਾਰ ਉਹਦੇ ਨਾਲ ਬਹੁਤ ਗਹਿਰਾ ਲਗਾਵ ਹੁੰਦਾ। ਅਗਰ ਮੈਂ ਤੁਹਾਨੂੰ ਕਹਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਤੋਂ ਧਿਆਨ ਹਟਾ ਲਓ, ਤੁਸੀਂ ਉਸ ਆਕਾਰ ਤੋਂ ਵੀ ਧਿਆਨ ਹਟਾਓ, ਬੜਾ ਕਠਿਨ ਹੋ ਜਾਵੇਗਾ। ਜਿਹੜੇ ਲਗਾਤਾਰ ਪੂਜਦੇ ਹਨ, ਸਤਿਕਾਰ ਕਰ ਰਹੇ ਹਨ, ਮੰਨ ਰਹੇ ਹਨ, ਉਹ ਕਿਵੇਂ ਹਟਾਉਣਗੇ? ਫਿਰ ਉੱਥੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਾ ਆਕਾਰ ਬਣਾ ਲੈਂਦੇ ਹਨ, ਉਹ ਦੇਖਣਾ ਸ਼ੁਰੂ ਕਰ ਦਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ। ਗੁਰੂਆਂ ਦੇ ਆਕਾਰ ਦੇਖਦੇ ਹਨ, ਦੋਨਾਂ ਆਕਾਰਾਂ ਦੇ ਉਹ ਕਾਲਪਨਿਕ ਆਕਾਰ ਹਨ, ਫੋਟੋਆਂ 'ਚ ਦੇਖੇ ਹੋਏ, ਉਹਨਾਂ ਦੇ ਨਾਲ ਜੁੜ ਜਾਂਦੇ ਹਨ, ਉਹ ਵੀ ਆਕਾਰ ਹੀ ਹਨ। ਤੇ ਆਕਾਰ ਤੋਂ ਮੁਕਤੀ ਨਹੀਂ ਹੋ ਰਹੀ ਹੈ। ਤੇ ਜਿੰਨਾ ਚਿਰ ਮੁਕਤੀ ਨਹੀਂ ਹੁੰਦੀ ਹੈ ਨਾ ਟੋਟਲ ਆਕਾਰ ਤੋਂ, ਉਹਨਾਂ ਚਿਰ ਤੁਸੀਂ ਉਸ ਨਿਰਾਕਾਰ ਪਰਮਾਤਮਾ ਦੇ ਨਾਲ ਨਹੀਂ ਜੁੜ ਸਕਦੇ ਹੋ।
ਐਸਾ ਨਹੀਂ ਆਕਾਰ ਦੇ ਵਿੱਚ ਨਿਰਾਕਾਰ ਨਹੀਂ ਹੈ, ਪਰ ਆਕਾਰ ਦੇ ਵਿੱਚ ਨਿਰਾਕਾਰ ਹੈ। ਤੁਸੀਂ ਆਕਾਰ ਨੂੰ ਹੀ ਦੇਖ ਰਹੇ ਹੋ। ਪਹਿਲਾਂ ਆਕਾਰ ਤੋਂ ਧਿਆਨ ਹਟਾਉਣਾ ਪਵੇਗਾ। ਟੋਟਲ ਹਟ ਗਿਆ ਤੇ ਨਿਰਾਕਾਰ ਦੇ ਵਿੱਚ ਧਿਆਨ ਲੱਗ ਗਿਆ। ਫਿਰ ਤੁਹਾਨੂੰ ਆਕਾਰ ਦੇ ਵਿੱਚ ਨਿਰਾਕਾਰ ਦਿਖੇਗਾ। ਫਿਰ ਆਕਾਰ ਨਹੀਂ ਦਿਖੇਗਾ, ਆਕਾਰ ਮਹੱਤਵਪੂਰਨ ਨਹੀਂ ਰਹਿ ਜਾਵੇਗਾ। ਖਿਆਲ ਵਿੱਚ ਰੱਖੋ, ਜਿਨ੍ਹਾਂ ਨੇ ਦੇਖਿਆ ਸੀ ਨਾ ਆਕਾਰ ਨੂੰ, ਤੇ ਆਕਾਰ ਦੇ ਵਿੱਚ ਉਹਨਾਂ ਨੂੰ ਨਿਰਾਕਾਰ ਦਿਖਿਆ ਸੀ, ਉਹਨਾਂ ਨੇ ਕਿਹਾ ਸੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਆਕਾਰ ਨਹੀਂ ਸੀ ਦੇਖ ਰਹੇ। ਜਦੋਂ ਤੀਸਰੀ ਅੱਖ ਖੁੱਲ ਜਾਂਦੀ ਹੈ ਨਾ, ਉਹ ਅੱਖੀਆਂ ਬਿਆਨ ਜਿਨੀ ਦਸੰਦੜੋ ਮਾਂ ਪੇਰੀ, ਉਹ ਵਾਸਤਵਿਕ ਅੱਖਾਂ, ਵਾਸਤਵਿਕ ਅੱਖ, ਧਿਆਨ ਦੀ ਅੱਖ, ਨਿਰਾਕਾਰ ਨੂੰ ਦੇਖਣ ਵਾਲੀ ਅੱਖ। ਉਦੋਂ ਫਿਰ ਆਕਾਰ ਨਹੀਂ ਬਹੁਤਾ ਮਹੱਤਵਪੂਰਨ ਰਹਿ ਜਾਂਦਾ, ਉਹ ਨਿਰਾਕਾਰ ਨੂੰ ਦੇਖਦਾ ਤੇ ਉਹ ਕਹਿੰਦਾ ਹੈ ਸਭ ਪਰਮਾਤਮਾ ਹੈ। ਜਿਹੜਾ ਆਕਾਰ ਨੂੰ ਹੀ ਦੇਖ ਰਿਹਾ, ਆਕਾਰ ਦੀ ਹੀ ਪੂਜਾ ਕਰ ਰਿਹਾ ਹੈ, ਉਹ ਤੇ ਆਕਾਰ ਦੇ ਨਾਲ ਜੁੜਿਆ ਹੋਇਆ, ਉਹਨੂੰ ਪਰਮਾਤਮਾ ਨਜ਼ਰ ਥੋੜ੍ਹੀ ਆਵੇਗਾ, ਉਹਨੂੰ ਤੇ ਆਕਾਰ ਹੀ ਨਜ਼ਰ ਆਵੇਗਾ। ਤੇ ਆਕਾਰ ਨਾਲੋਂ ਪਹਿਲਾਂ ਟੋਟਲ ਧਿਆਨ ਹਟਾਉਣਾ ਹੈ। ਇਹ ਜੋ ਅੱਖਾਂ ਹਨ ਨਾ ਤੁਹਾਡੀਆਂ, ਇਹ ਆਕਾਰ ਦੇ ਨਾਲ, ਆਕਾਰ ਨੂੰ ਹੀ ਦੇਖ ਸਕਦੀਆਂ, ਆਕਾਰ ਨੂੰ ਦੇਖਣ ਵਾਸਤੇ ਬਣੀਆਂ। ਇਸ ਕਰਕੇ ਜੋ ਵੀ ਇਹਨਾਂ ਅੱਖਾਂ ਨਾਲ ਤੁਸੀਂ ਦੇਖਦੇ ਹੋ ਸਭ ਆਕਾਰ ਹੈ। ਭਾਵੇਂ ਭੂਤ ਪ੍ਰੇਤ ਦੇਖੋ, ਭਾਵੇਂ ਕਾਲਪਨਿਕ ਗੁਰੂਆਂ ਦੀਆਂ ਤਸਵੀਰਾਂ ਦੇਖੋ, ਮੂਰਤੀਆਂ ਦੇਖੋ, ਕੁਛ ਵੀ ਦੇਖੋ, ਇਹ ਸਭ ਆਕਾਰ ਹੀ ਦੇਖ ਸਕਦੀਆਂ। ਰਾਤ ਨੂੰ ਸੁਪਨਾ ਦੇਖੋ, ਉਹ ਵੀ ਆਕਾਰ ਹੈ। ਇਹਨਾਂ ਅੱਖਾਂ ਨਾਲ ਜੋ ਕੁਛ ਦਿਖਿਆ ਜਾਂਦਾ ਹੈ ਆਕਾਰ, ਆਕਾਰ ਨੂੰ ਦੇਖਣ ਵਾਸਤੇ ਬਣੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਇਹਨਾਂ ਨੂੰ ਬੰਦ ਕਰ ਦਿਓ। ਉਹ ਜਿਹੜੀ ਅੱਖ ਹੈ ਨਾ ਨਿਰਾਕਾਰ ਨੂੰ ਦੇਖਦੀ ਹੈ, ਉਹ ਇਹਨਾਂ ਅੱਖਾਂ ਤੋਂ ਪਿੱਛੇ ਹੈ। ਇਹਨਾਂ ਅੱਖਾਂ ਨੂੰ ਬੰਦ ਕਰੋ, ਆਕਾਰ ਵੱਲੋਂ ਟੋਟਲ ਧਿਆਨ ਹਟਾਓ। ਜਦੋਂ ਟੋਟਲ ਹਟ ਗਿਆ ਆਕਾਰ ਵੱਲੋਂ, ਫਿਰ ਥੋੜ੍ਹਾ ਥੋੜ੍ਹਾ ਨਿਰਾਕਾਰ ਦੀ ਪਨਕ ਆਉਣ ਲੱਗ ਜਾਂਦੀ ਹੈ। ਫਿਰ ਹੌਲੀ ਹੌਲੀ ਖਿਆਲ ਵਿੱਚ ਆਉਣ ਲੱਗ ਜਾਂਦਾ ਹੈ, ਮਹਿਸੂਸ ਹੁੰਦਾ ਹੈ, ਧਿਆਨ ਵਿੱਚ ਆਉਂਦਾ ਹੈ। ਤੇ ਜਦੋਂ ਉਹ ਧਿਆਨ ਵਿੱਚ ਆ ਜਾਂਦਾ ਹੈ ਨਿਰਾਕਾਰ, ਤੇ ਫਿਰ ਬਾਹਰ ਜਦੋਂ ਉਹ ਆਕਾਰ ਦੇਖਦਾ ਹੈ ਇਹਨਾਂ ਅੱਖਾਂ ਨਾਲ, ਫਿਰ ਆਕਾਰ ਹੀ ਨਹੀਂ ਦੇਖਦਾ, ਆਕਾਰ ਗੌਣ ਹੋ ਜਾਂਦਾ ਹੈ, ਆਕਾਰ ਝੂਠ ਝੂਠ ਲੱਗਦਾ ਹੈ, ਨਿਰਾਕਾਰ ਸੱਤ ਹੋ ਜਾਂਦਾ। ਜਿਵੇਂ ਤੁਹਾਨੂੰ ਸੰਸਾਰ ਬਿਲਕੁਲ ਸੱਤ ਪ੍ਰਤੀਤ ਹੁੰਦਾ ਹੈ, ਆਕਾਰ ਉਹਦਾ ਉਲਟਾ ਹੋ ਜਾਂਦਾ ਹੈ। ਮਨ ਉਲਟ ਸਨਾਤਨ ਪਿਆ, ਉਲਟਾ ਹੋ ਜਾਂਦਾ ਹੈ। ਉਹਨੂੰ ਆਕਾਰ ਨਹੀਂ ਦਿਖਦਾ ਹੈ ਇੰਨਾ ਮਹੱਤਵਪੂਰਨ, ਨਿਰਾਕਾਰ ਜ਼ਿਆਦਾ ਦਿਖਦਾ ਹੈ। ਉਹਨੂੰ ਨਿਰਾਕਾਰ ਹੀ ਦਿਖਦਾ ਹਰ ਥਾਂ। ਇਸ ਕਰਕੇ ਉਹ ਕਹਿੰਦਾ ਹੈ ਸਭ ਗੋਬਿੰਦ ਹੈ, ਸਭ ਗੋਬਿੰਦ। ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਚਰ ਚੀਟੀ ਪਾਜਨ ਹੈ ਬਹੁ ਨਾਨਾ ਰੇ। ਸਥਾਵਰ ਜੰਗਮ ਕੀਟ ਪਤੰਗਮ ਕਟ ਕਟ ਰਾਮ ਸਮਾਨਾ। ਇਹ ਉਹਨਾਂ ਨੇ ਕਿਹਾ ਸੀ ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ ਦੀ ਵਾਸਤਵਿਕ ਉਹ ਅੱਖ ਤੀਸਰੀ ਖੁੱਲ੍ਹ ਗਈ ਸੀ। ਤੇ ਆਕਾਰ ਜਿਹੜੇ ਧਾਰਮਿਕ ਹਨ ਨਾ, ਇਹਨਾਂ ਤੋਂ ਵੀ ਧਿਆਨ ਹਟਾਉਣਾ ਹੈ, ਪਰ ਧਿਆਨ ਹਟਾਉਣਾ ਔਖਾ ਹੈ ਕਿਉਂਕਿ ਮੋਹ ਬਹੁਤ ਹੋ ਜਾਂਦਾ ਹੈ ਧਾਰਮਿਕ ਆਕਾਰਾਂ ਦੇ ਨਾਲ, ਬਹੁਤ ਜ਼ਿਆਦਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮੋਹ ਸਿੱਖਾਂ ਦਾ ਬਹੁਤ ਜ਼ਿਆਦਾ ਹੈ। ਆਕਾਰ ਗੁਰਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਕਿਹਾ ਹੈ ਨਾ, ਬਾਣੀ ਦਾ ਆਕਾਰ ਨਹੀਂ, ਬਾਣੀ ਦੁਆਰਾ ਤੁਸੀਂ ਨਿਰੰਕਾਰ ਨਾਲ ਜੁੜੋਗੇ, ਆਕਾਰ ਨਾਲ ਤੁਸੀਂ ਆਕਾਰ ਨਾਲ ਹੀ ਜੁੜੋਗੇ। ਇਹ ਗੱਲ ਖਿਆਲ ਵਿੱਚ ਰੱਖੋ। ਤੇ ਟੋਟਲ ਆਕਾਰ ਤੋਂ ਧਿਆਨ ਹਟਾਉਣਾ ਹੈ, ਤਾਂ ਤੁਸੀਂ ਨਿਰੰਕਾਰ ਵੱਲ ਜਾਓਗੇ। ਤੇ ਨਿਰੰਕਾਰ ਵੱਲ ਚਲੇ ਗਏ ਤੁਸੀਂ, ਫਿਰ ਆਕਾਰ ਦੇ ਵਿੱਚ ਵੀ ਨਿਰੰਕਾਰ, ਫਿਰ ਅੰਦਰ ਬਾਹਰ ਸਾਰੀ ਜਗ੍ਹਾ ਉਹ ਹੀ ਦਿਖਦਾ ਹੈ, ਉਹ ਹੀ ਨਜ਼ਰ ਆਉਂਦਾ ਹੈ। ਕਹੋ ਭੀਖਨ ਦੋਏ ਨੈਣ ਸੰਤੋਖੇ ਜਹ ਦੇਖਾ। ਫਿਰ ਹਰ ਜਗ੍ਹਾ ਹੀ ਉਹ ਨਜ਼ਰ ਆਉਂਦਾ ਹੈ ਉਹ ਹੀ, ਪਰ ਆਕਾਰ ਵੱਲੋਂ ਧਿਆਨ ਹਟਾਓ।